Good morning, student. Today we are going to discuss about peptic ulcer. Peptic ulcer disease. First one is the introductions, pathophysiology, risk factor, types of the peptic ulcer disease, and clinical presentation and investigations of the diagnostic test, complications and management, and summary. Then the reference. Peptic ulcer is a lesion in the lining mucosals of the digestive tract, typically in the stomach or duodenum, caused by the digestive actions of pepsin and the stomach acid. ਪੈਪਟਿਕ ਅਲਸਰਸ ਨੇ ਜਿਹੜੇ ਉਹ ਕੀ ਹੈ ਜਿਹੜੀ ਮਿਊਕਸ ਲਾਈਨਿੰਗ ਹੈ ਸਟਮਕ ਦੀ ਉਹਦੇ ਕਲੇ ਟਿਪੀਕਲੀ ਰਜਿਸਟਰਡ ਫਾਰਮ ਦੇ ਵਿੱਚ ਸਟਮਕ ਜਾਂ ਡਿਊਟਨਮ ਏਰੀਆ ਤੇ ਜਿਹੜੀ ਉਹਦੀ ਲਾਈਨਿੰਗ ਹੈ ਲੇਅਰ ਉਹਦੇ ਵਿੱਚ ਸਬ ਮਿਊਕੋਜ਼ਲ ਲੇਅਰ ਹੈ ਉਹਦੇ ਵਿੱਚ ਕੀ ਆ ਇਨਫਲਾਮੇਟਰੀ ਫਾਰਮ ਆ ਜਿਹੜਾ ਉਹ ਅਲਸਰ ਫਾਰਮ ਆ ਜਿਹੜਾ ਸਟਾਰਟ ਹੋ ਜਾਂਦਾ ਪੈਪਸਾਈਨ ਕੀ ਹੁੰਦਾ ਹੈ ਕਿ ਇੱਕ ਇੰਜ਼ਾਈਮ ਫਾਰਮ ਦੇ ਵਿੱਚ ਹੁੰਦਾ ਇੰਡੋ ਪੈਪਟਾਈਨਸ ਦੇ ਬ੍ਰੇਕਡਾਊਨਿੰਗ ਹੁੰਦੀ ਆ ਪ੍ਰੋਟੀਨ ਦੇ ਵਿੱਚ ਜਿਹਦੇ ਕਰਕੇ ਕੀ ਆ ਮਸਲਸ ਜਿਹੜੀਆਂ ਉਹਦੀਆਂ ਲੇਅਰਸ ਨੇ ਉਹਦੇ ਵਿੱਚ ਡਿਸਆਰਡਰਸ ਆ ਜਿਹੜੇ ਉਹ ਡਿਵੈਲਪ ਹੁੰਦੇ ਆ Next is lesions may be subsequently occur in the lamina propria and to the submucosa of the causes bleeding. Most of the peptic ulcer occur either in the duodenum or in the stomach. Ulcer may also occur in the lower esophagus due to refluxing of gastric content, rarely in certain areas of the small intestine. ਮੋਸਟਲੀ ਜਿਹੜੇ ਅਲਸਰ ਡਿਵੈਲਪਮੈਂਟ ਹੈ ਉਹ ਈਸੋਫੇਗਸ ਤੋਂ ਸਟਾਰਟ ਹੋ ਕੇ ਡਿਊ ਟੂ ਦਾ GERD ਕਰਕੇ ਈਸੋਫੇਗਸ ਦੇ ਵਿੱਚ ਗੈਸਟ੍ਰਿਕ ਲਾਈਨਿੰਗ ਇਨਫਲਾਮੇਟਰੀ ਹੋਣਸ ਕਰਕੇ ਈਸੋਫੇਗਸ ਦੇ ਵਿੱਚ ਜਾਂ ਫਿਰ ਸਟਮਕ ਔਰ ਡਿਊਟਨਮ ਦੇ ਵਿੱਚ ਮੋਸਟਲੀ ਹੁੰਦੇ ਆ ਸਮਾਲ ਇੰਟੈਸਟਾਈਨਲ ਏਰੀਆ ਦੇ ਵਿੱਚ ਕੀ ਆ ਬਹੁਤ ਘੱਟ ਚਾਂਸਸ ਨੇ ਕਿ ਉਹ ਡਿਵੈਲਪ ਹੋਣਗੇ ਫਰਦਰ ਇਹਦੇ ਵਿੱਚ ਕੀ ਹੈ ਕਿ ਜਿਹੜਾ ਕੀ ਹੈ ਕਿ ਲਮੀਨਾ ਪ੍ਰੋਪੀਰੀਆ ਹੈ ਇਹਦੇ ਵਿੱਚ ਕੀ ਹੁੰਦਾ ਕਿ ਇੱਕ ਲੇਅਰਿੰਗ ਫਾਰਮ ਸੈੱਲ ਦੇ ਵਿੱਚ ਅਬਨੋਰਮੈਲਿਟੀ ਆਏਗੀ ਜਿਹਦੇ ਵਿੱਚ ਕੀ ਹੈ ਕਿ ਫਾਈਬਰੋਬਲਾਸਟਿੰਗ ਹੈ ਜਿਹੜੀ ਸਕਿਨ ਦੇ ਵਿੱਚ ਕੀ ਅਬਨੋਰਮੈਲਿਟੀ ਉਹ ਲਾਈਨਿੰਗ ਆ ਉਹਦੇ ਵਿੱਚ ਡਿਵੈਲਪ ਹੋ ਸਕਦੀ ਹੈ ਦ ਨੈਕਸਟ ਵਨ ਇਜ਼ ਟੂ ਦਾ ਪੈਥੋਫਿਜ਼ੀਓਲੋਜੀਕਲੀ ਬੇਸਿਕਲੀ ਕੀ ਹੁੰਦਾ ਡਿਫੈਂਸਿਵ ਮੀਨਸ ਡਿਕਰੀਜ਼ ਕੀ ਹੋਇਆ ਹੁੰਦਾ ਬਾਡੀ ਦੇ ਵਿੱਚ ਫਸਟ ਇਜ਼ ਦਾ ਬਾਈਕਾਰਬੋਨੇਟ ਜਿਹੜਾ ਕੀ ਹੈ ਬਾਡੀ ਦੇ ਵਿੱਚ ਡਿਕਰੀਜ਼ ਹੋਇਆ ਹੋਏਗਾ ਮਿਊਕਸ ਲੇਅਰ ਹੈ ਜਿਹੜੀਆਂ ਉਹਦੀ ਇਰੀਗੇਸ਼ਨ ਹੋਈ ਹੈ ਜਾਂ ਉਹਦੀ ਨਾਰਮਲ ਸੈਲ ਰਿਗਰਸ਼ਨ ਹੈ ਜਿਹੜੀ ਹੋਈ ਹੈ Next is the prostaglandin. Prostaglandins ਹਾਰਮੋਨ ਨੇ ਜਿਹੜੇ ਕਿ ਡਿਕਰੀਜ਼ ਹੋਏ ਹੁੰਦੇ ਆ ਮਿਊਕੋਜ਼ਲ ਬਲੱਡ ਫਲੋ ਹੈ ਜਿਹੜਾ ਉਸ ਏਰੀਏ ਦੀ ਲੇਅਰ ਦੇ ਵਿੱਚ ਬਲੱਡ ਫਲੋ ਹੈ ਡਿਕਰੀਜ਼ ਹੋਣ ਕਰਕੇ ਟਿਸ਼ੂ ਨਿਕਰੋਸਿਸ ਹੋਣ ਕਰਕੇ ਉੱਥੇ ਅਲਸਰ ਫਾਰਮੇਸ਼ਨ ਹੋ ਸਕਦੀ ਆ ਨੈਕਸਟ ਇਜ਼ ਦਾ ਐਪੀਥੀਲੀਅਲਸ ਰੀਨਿਊਵਲ ਹੁੰਦਾ ਕਿ ਸੈਲ ਫਾਰਮੇਸ਼ਨ ਹੈ ਜਿਹੜੀ ਉਹਦੀ ਨਵੀਂ ਬਣਦੀ ਆ ਉਹ ਕੀ ਹੈ ਡਿਕਰੀਜ਼ ਹੋਈ ਹੁੰਦੀ ਆ ਜਿਹਦੇ ਕਰਕੇ ਉੱਥੇ ਈਜ਼ਲੀ ਅਲਸਰ ਫਾਰਮ ਦੇ ਵਿੱਚ ਜਿਹੜਾ ਉਹ ਡਿਵੈਲਪ ਹੋ ਜਾਂਦਾ Next ਆ ਜਾਂਦਾ Helicobacter pylori, non-steroid anti-inflammatory drugs, the excessive intake ਹੋਣ ਦੇ ਨਾਲ ਪੈਪਸਾਈਨ ਕੀ ਹੈ ਕਿ ਇੱਕ ਐਂਜ਼ਾਈਮ ਹੈ ਜਿਹੜਾ ਕਿ ਇੰਡੋਪੈਪਟਾਈਡਸ ਦੇ ਵਿੱਚ ਬ੍ਰੇਕਡਾਊਨ ਹੋ ਕੇ ਪ੍ਰੋਟੀਨ ਚ ਹੁੰਦਾ ਪ੍ਰੋਟੀਨ ਕੀ ਹੈ ਕਿ ਇੱਕ ਮਸਲ ਬਿਲਡਿੰਗ ਜਿਹੜਾ ਕੀ ਹੈ ਫੂਡ ਹੈ ਬਟ ਐਕਸੈਸਿਵ ਅਮਾਉਂਟ ਹੈ ਜਿਹੜੀ ਉਹ ਇਹਦੀ ਉਹ ਕੀ ਹੈ ਸਕਿਨ ਦੀ ਜਿਹੜੀ ਨਾਰਮਲ ਇਲਾਸਟਿਸਿਟੀ ਹੈ ਉਸਨੂੰ ਪ੍ਰੋਬਲਮ ਕ੍ਰੀਏਟ ਕਰਦੀ ਹੈ ਮੀਨਸ ਉਹਦੇ ਉੱਤੇ ਲਾਈਨਿੰਗ ਤੇ ਇਨਫਲਾਮੇਟਰੀ ਫਾਰਮ ਨੂੰ ਇਨਹੈਂਸ ਕਰਦੀ ਆ ਬਾਈਲ ਐਸਿਡਸ ਨਾਰਮਲੀ ਕੀ ਹੈ ਕਿ ਬੈਕਫਲੋ ਨਹੀਂ ਜਾਂਦਾ ਸਟਮਕ ਦੇ ਵਿੱਚ ਬਟ ਡਿਊ ਟੂ ਦਾ ਅਬਨੋਰਮੈਲਿਟੀ ਦੇ ਕਰਕੇ ਜਿਹੜਾ ਬਾਈਲ ਡਕਟ ਆ ਉਹ ਕੀ ਹੈ ਸੂਟੇਬਲ ਨਹੀਂ ਆ ਫॉर ਦਾ ਡਿਊਡਨਮ ਐਂਡ ਦਾ ਸਟਮਕ ਐਸਿਡ ਸੋ ਇਸ ਕਰਕੇ ਉੱਥੇ ਇਨਫਲਾਮੇਟਰੀ ਹੈ ਜਿਹੜੀ ਉਹ ਡਿਵੈਲਪ ਹੋ ਜਾਂਦੀ ਹੈ ਮਿਊਕੋਜ਼ਲ ਲੇਅਰ ਦੀ ਸਮੋਕਿੰਗ ਐਂਡ ਅਲਕੋਹਲ ਜਿਹੜੇ ਪਰਸਨਸ ਐਕਸੈਸਿਵ ਅਮਾਉਂਟ ਦੇ ਵਿੱਚ ਅਲਕੋਹਲ ਯੂਜ਼ ਕਰਦੇ ਨੇ ਸੋ ਉੱਥੇ ਜਿਹੜੀ ਕੀ ਹੈ ਸਕਿਨ ਦੀ ਲਾਈਨਿੰਗ ਹੈ ਕਿ ਉਹ ਮਿਊਕੋਜ਼ਲ ਹੈ ਉੱਥੇ ਲੈਕ ਆਫ ਆਕਸੀਜਨ ਦੀ ਸਪਲਾਈ ਹੋਣ ਕਰਕੇ ਉਹ ਲੇਅਰ ਹੈ ਜਿਹੜੀ ਉਹ ਡੈਮੇਜ ਹੋ ਜਾਂਦੀ ਹੈ Under normal condition, a physiologic balance exists between gastric acid secretion and gastroduodenal mucosal defense. Mucosal injury and thus peptic ulcer occur when the balance between the aggressive factor and the defensive mechanism is disrupted. Aggressive factors such as non-steroid anti-inflammatory drugs, H. pylori infections, alcohol, bile salt acid and pepsin can alter the mucosal defense
by allowing back diffusion of the hydrogen and to the subsequent epithelium cell injury। ਇਹਦੇ ਵਿੱਚ ਕੀ ਹੈ ਕਿ ਇਹ ਜਿਹੜੀਆਂ ਆਊਟਰ ਸਾਈਡਡ ਦੇ ਵਿੱਚੋਂ ਫਾਰਮ ਦੇ ਵਿੱਚ ਨੇ ਜਿਹੜੀਆਂ ਚੀਜ਼ਾਂ ਕੀ ਹੈ ਕਿ epithelium cell ਦੀ ਇੰਜਰੀ ਨੂੰ ਇਨਹੈਂਸ ਕਰਦੀਆਂ ਨੇ, ਕਾਰਨ ਬਣਦੀਆਂ ਨੇ, ਉਹਦੇ ਕਰਕੇ ਕੀ ਆ ਫਰਦਰ ਕੀ ਆ ਪੈਪਟਿਕ ਅਲਸਰ ਈਜ਼ੀਲੀ ਆ ਜਿਹੜੇ ਉਹ ਡਿਵੈਲਪ ਹੋ ਜਾਂਦੇ ਆ। ਆਊਟਰ ਸਾਈਡਡ ਮੀਨਸ ਕੋਈ ਵੀ ਅਸੀਂ ਮੈਡੀਕੇਸ਼ਨ ਆ ਜਿਹੜੀ ਓਰਲੀ ਲੈਂਦੇ ਆ। ਨੈਕਸਟ ਇਜ਼ ਦਾ ਬਾਇਲ ਸਾਲਟ ਹੈ ਜਿਹੜਾ ਉਹ ਉਥੋਂ ਦਾ ਉਹਦੀ ਇਨਟੇਕ ਐਕਸੈਸਿਵਲੀ ਯੂਜ਼ ਜਾਂ ਫਿਰ ਉਹਦਾ ਐਸਿਡਿਕ ਫਾਰਮ ਹੈ ਜਿਹੜਾ ਉਹ ਆਊਟਸਾਈਡ ਆਫ ਦਾ ਸਟਮਕ ਹੈ, ਸਟਮਕ ਦਾ ਇਨਸਾਈਡ ਨਹੀਂ ਹੈ। ਦ ਨੈਕਸਟ ਵਨ ਇਜ਼ ਟੂ ਦਾ ਕੋਈ ਵੀ ਇਨਫੈਕਸ਼ਨਸ ਫਾਰਮ ਚ ਆ ਗਿਆ ਜਾਂ ਅਲਕੋਹਲ ਦੇ ਜਿਹੜੀਆਂ ਕੀ ਆ ਸਟਮਕ ਜਾਂ ਡਿਊਡਨਮ ਦੇ ਵਿੱਚ ਇਹਨਾਂ ਦਾ ਨਾਰਮਲੀ ਰੂਟੀਨ ਫੰਕਸ਼ਨਿੰਗ ਨਹੀਂ ਹੈ ਬਟ ਦੈਟ ਆਰ ਆਊਟਸਾਈਡ ਨੇ ਜਿਹੜੇ ਕੀ ਆ ਸਟਮਕ ਔਰ ਡਿਊਡਨਮ ਤੋਂ ਬਟ ਇਹ ਇਫੈਕਟ ਕਾਹਦੇ ਤੇ ਪਾਉਂਦੇ ਨੇ ਪੈਪਟਿਕ ਅਲਸਰ ਮੀਨਸ ਸਟਮਕ ਦੇ ਜਾਂ ਡਿਊਡਨਮ ਦੇ ਅਲਸਰ ਦੇ ਉੱਤੇ ਇਹ ਇਫੈਕਟ ਪਾਉਂਦੇ ਆ। etiological and risk factor ਦੇ ਵਿੱਚ ਆ ਜਾਂਦਾ ਫਰਸਟ ਵਨ ਇਜ਼ ਟੂ ਦਾ ਲਾਈਫਸਟਾਈਲ। ਲਾਈਫਸਟਾਈਲ ਦੇ ਵਿੱਚ ਆਏਗਾ ਸਮੋਕਿੰਗ। ਜਿਹੜਾ ਪਰਸਨ ਸਮੋਕਿੰਗ ਕਰੇਗਾ ਉਸ ਦੇ ਵਿੱਚ ਬਾਡੀ ਦੇ ਵਿੱਚ ਆਕਸੀਜਨ ਦੀ ਕੰਜ਼ੰਪਸ਼ਨਸ ਵੀਕ ਹੋਣ ਕਰਕੇ ਈਪੀਥੀਲੀਅਮਸ ਜਿਹੜੇ ਸੈਲਸ ਨੇ ਟਿਸ਼ੂਸ ਨੇ ਉਹਨਾਂ ਦੀ ਡੈਮੇਜ ਰੇਸ਼ੋ ਹੈ ਜਿਹੜੀ ਉਹ ਇਨਹੈਂਸ ਹੋ ਜਾਂਦੀ ਹੈ ਐਜ਼ ਦਾ ਕੰਪੇਅਰ ਆਫ ਨਾਰਮਲ ਪਰਸਨ। ਨੈਕਸਟ ਇਜ਼ ਦਾ ਐਸਿਡਿਕ ਡਰਿੰਕਸ। ਜਿਹੜੇ ਪਰਸਨਸ ਐਸਿਡਿਕ ਡਰਿੰਕਸ ਲੈਂਦੇ ਨੇ ਜਿੱਦਾਂ ਸੋਡਾ ਵਗੈਰਾ ਐਕਸੈਸਿਵ ਅਮਾਉਂਟ ਦੇ ਵਿੱਚ ਲੈਣਾ ਜਿਨ੍ਹਾਂ ਦੇ ਵਿੱਚ ਗੈਸਿਕ ਫਾਰਮ ਜ਼ਿਆਦਾ ਨੇ ਉਹਦੇ ਨਾਲ ਕੀ ਆ ਮਿਊਕਸ ਲਾਈਨਿੰਗ ਆ ਜਿਹੜੀ ਉਹ ਡਿਸਟਰਬ ਹੁੰਦੀ ਆ। ਨੈਕਸਟ ਠੀਕ ਹੈ ਮੈਡੀਕੇਸ਼ਨ, ਸਟੀਰੋਇਡ ਮੈਡੀਕੇਸ਼ਨਸ, ਨॉन ਸਟੀਰੋਇਡ ਐਂਟੀ ਇਨਫਲੇਮੇਟਰੀ ਮੈਡੀਕੇਸ਼ਨਸ ਜਾਂ ਫਿਰ ਕੋਰਟੀਕੋਸਟੀਰੋਇਡ ਮੈਡੀਕੇਸ਼ਨਸ ਜਿਹੜੀਆਂ ਕਿ ਇਹ ਸੀਵੀਅਰ ਜਿਹੜੀਆਂ ਇਫੈਕਟ ਪਾਉਂਦੀਆਂ ਨੇ ਮਿਊਕਸ ਲਾਈਨਿੰਗ ਆਫ ਦਾ ਸਟਮਕ ਤੇ। ਨੈਕਸਟ ਆ ਗਿਆ ਹੈਲੀਕੋਬੈਕਟਰ ਪੋਲਰੀ ਇਨਫੈਕਸ਼ਨਸ। 90% हैज टू द बैक्टीरियम ਜਿਹਦੇ ਕਰਕੇ ਬੈਕਟੀਰੀਆ ਹੀ ਰੀਜ਼ਨ ਬਣ ਗਿਆ। ਬੈਕਟੀਰੀਆ ਦਾ ਫਰਸਟ ਇੰਡੀਕੇਸ਼ਨਸ ਹੋ ਜਾਂਦੀ ਹੈ ਕਿ ਪਸ ਫਾਰਮੇਸ਼ਨ। ਪਸ ਫਾਰਮੇਸ਼ਨਸ ਮੀਨਸ ਕੀ ਹੈ ਟਿਸ਼ੂ ਦਾ ਨੈਕਰੋਸਿਸ ਹੋਏਗਾ, ਟਿਸ਼ੂ ਅਨਹੈਲਦੀ ਹੋਣਾ ਦੈਟ ਇਜ਼ ਮੀਨ ਅਲਸਰ ਹੋਏਗਾ। ਸੋ ਇਸ ਕਰਕੇ 90% ਦੇ ਵਿੱਚ ਬੈਕਟੀਰੀਆ ਰਿਸਪੌਂਸਿਬਲ ਹੈ। ਪਾਸਿਸ ਫਰੋਮ ਪਰਸਨ ਟੂ ਪਰਸਨ ਫੋਕਲ ਓਰਲ ਰੂਟ ਐਂਡ ਦਾ ਓਰਲ route that is mean directly droplet infection ਹੈ ਜਿਹੜਾ ਕੰਟੈਕਟ ਫਾਰਮ ਦੇ ਵਿੱਚ ਆ ਕੇ ਪਰਸਨ ਟੂ ਪਰਸਨ ਹੈ ਜਿਹੜਾ ਉਹ ਫਰਦਰ ਸਪਰੈਡ ਹੋ ਰਿਹਾ। ਏਜ ਇਹਦੇ ਵਿੱਚ ਕੀ ਹੈ ਕਿ ਡਿਊਡਨਲ ਹੈ ਜਿਹੜੇ ਇਨਫੈਕਸ਼ਨ ਹੈ ਮੋਸਟਲੀ ਉਹ 30 to 40 ਏਜ ਦੇ ਵਿੱਚ ਹੁੰਦਾ ਹੈ ਔਰ ਜਿਹੜਾ ਗੈਸਟ੍ਰਿਕ ਇਨਫੈਕਸ਼ਨ ਹੈ ਉਹ ਓਵਰ ਆਫ ਦਾ 50 ਈਅਰ ਆਫ ਦਾ ਏਜ ਦੇ ਵਿੱਚ ਹੁੰਦਾ ਹੈ। ਗੈਸਟ੍ਰਿਕ ਫਾਰਮ ਦੇ ਵਿੱਚ ਕੀ ਹੈ ਕਿ ਜਦੋਂ ਡੀਜਨਰੇਟਿਵ ਮੋਡ ਆ ਗਿਆ ਤਾਂ ਉਹਦੇ ਵਿੱਚ ਮਿਊਕਸ ਲਾਈਨਿੰਗ ਦੀ ਜਿਹੜੀ ਹੀਲਿੰਗ ਹੈ ਉਹ ਨਾਰਮਲ ਨਾਲੋਂ ਥੋੜੀ ਜੀ ਡਿਕਰੀਜ਼ ਹੋ ਜਾਂਦੀ ਹੈ ਜਿਹਦੇ ਕਰਕੇ ਪਰਸਨ ਦੇ ਵਿੱਚ ਡਿਸੀਜ਼ ਕੰਡੀਸ਼ਨ ਆ ਜਿਹੜੀ ਉਹ ਈਜ਼ੀਲੀ ਸਪਰੈਡ ਹੁੰਦੀ ਆ। ਨੈਕਸਟ ਦੇ ਵਿੱਚ ਆ ਗਿਆ ਜੈਂਡਰ। Duodenals are increasing in older women। Women's ਦੇ ਵਿੱਚ mostly ਇਹਦੇ ਵਿੱਚ chances ਜ਼ਿਆਦਾ ਰਹਿੰਦੇ ਨੇ। Women's ਦੇ ਵਿੱਚ chances ਕਿਉਂ ਹੁੰਦੇ ਨੇ? ਇੱਕ ਤਾਂ first is the older women degenerative mode form and the second one is ਕੀ ਹੈ ਕਿ during to the pregnancy excessive bleeding vomiting ਜਾਂ ਫਿਰ ਕੀ ਹੈ ਫੀਮੇਲਸ ਦਾ ਡਾਈਜੈਸਟਿਵ ਸਿਸਟਮ ਪੈਟਰਨ ਔਰ ਮੀਨੋਪੋਜ਼ਲ ਚੇਂਜਸ ਹੋਣ ਦੇ ਨਾਲ ਪੇਸ਼ੈਂਟਸ ਨੂੰ ਨੋਜ਼ੀਆ ਐਂਡ ਵੋਮਿਟਿੰਗ ਹੁੰਦਾ ਸੋ ਜਿਹਦੇ ਕਰਕੇ ਫੀਮੇਲ ਜਿਹੜੀਆਂ ਨੇ ਜ਼ਿਆਦਾ ਪ੍ਰੋਨ ਹੁੰਦੀਆਂ ਨੇ ਪੈਪਟਿਕ ਅਲਸਰ ਫਾਰਮ ਦੇ ਲਈ। ਜੈਨੇਟਿਕ ਫੈਕਟਰਸ ਹੋ ਸਕਦੇ ਆ ਮੋਰ ਲਾਈਕਲੀ ਟੂ ਜੇ ਕਿਸੇ ਫੈਮਿਲੀ ਮੈਂਬਰ ਨੂੰ ਆ ਤਾਂ ਫਰਦਰ ਉਹ ਕੀ ਆ ਸਪਰੈਡ ਹੋਣ ਦੇ ਚਾਂਸਸ ਰਹਿੰਦੇ ਆ। ਅਦਰ ਫੈਕਟਰਸ ਦੇ ਵਿੱਚ ਵਾ ਕੀ ਹੈ ਸਟ੍ਰੈਸ ਕੈਨ ਰੋਜ਼ਨ ਬਟ ਨਾਟ ਦਾ ਕਾਜ਼। ਸਟ੍ਰੈਸ ਹੈ ਜਿਹੜੀ ਇਫੈਕਟ ਪਾ ਸਕਦੀ ਆ ਐਨੋਰੈਕਸੀਆ ਐਨਹੈਂਸ ਕਰ ਸਕਦੀ ਆ, ਗੈਸਟ੍ਰਿਕ ਐਸਿਡ ਦੀ ਪ੍ਰੋਡਕਸ਼ਨਸ ਨੂੰ ਐਨਹੈਂਸ ਕਰ ਜਾਂਦੀ ਆ, ਕ੍ਰੇਵਿੰਗ ਹੁੰਦੀ ਹੈ ਫੂਡ ਦੀ ਬਟ ਉਹਦੇ ਨਾਲ ਉਹ ਕੋਈ ਕਾਜ਼ਸ ਨਹੀਂ ਹੈ ਜਸਟ ਉਹ ਇਫੈਕਟ ਪਾ ਸਕਦੀ ਹੈ ਸ਼ਾਰਟ ਟਾਈਮ ਹੈ ਜਿਹੜਾ ਡਾਈਜੈਸਟਿਵ ਸਿਸਟਮ ਦੇ ਬੈਲੈਂਸ ਤੇ। Next is the types gastric peptic ulcer and duodenal peptic ulcer। gastric and duodenal ulcer first form ਦੇ ਵਿੱਚ ਕੀ ਹੈ ਕਿ stomach ulcer form ਆ ਜਾਂਦੀ ਹੈ and the duodenal area mostly ਇਹਨਾਂ functions ਦੇ ਹੁੰਦੇ ਆ duodenal ਜਾਂ ਫਿਰ stomach areas ਦੇ ulcer ਇਸ ਫਾਰਮ ਦੇ ਉੱਤੇ ਕੀ ਹੈ ਕਿ ਲਾਈਨਿੰਗ ਹੈ ਜਿਹੜੀ ਆਫ ਦਾ ਸਟਮਕ ਹੈ ਉਹਦੇ ਵਿੱਚ ਇਨਫਲੇਮੇਟਰੀ ਫਾਰਮ ਹੈ ਜਿਹੜਾ ਅਲਸਰ ਫਾਰਮ ਆ ਉਹ ਡਿਵੈਲਪ ਹੋ ਜਾਂਦੀ ਹੈ। clinical presentation in signs symptoms ਕੀ ਹੈ they are duodenal ulcer and the gastric ulcer ਦੋਨਾਂ ਦੇ ਵਿੱਚ little bit difference ਹੁੰਦਾ symptoms ਦੇ ਵਿੱਚ age any age especially 30 to 40 duodenal ulcers ਨੇ ਜਿਹੜੇ ਉਹ 30 to 40 age persons prone to ਹੁੰਦੇ ਨੇ but the gastric form ਦੇ ਵਿੱਚ ਕੀ ਹੈ 50 to 60 means ਕੀ ਹੈ ਕਿ adult age ਦੇ ਵਿੱਚ ਜਾ ਕੇ ਕੀ ਹੈ ਇਹ gastric ulcer ਆ ਜਿਹੜੇ ਉਹ develop ਹੁੰਦੇ ਆ। The next one ਆ ਜਾਂਦਾ sex more than in male ਦੇ ਵਿੱਚ ਜ਼ਿਆਦਾ ਹੁੰਦੇ ਨੇ ਔਰ ਇਹਦੇ ਵਿੱਚ ਕੀ ਹੈ female ਦੇ ਵਿੱਚ ਜ਼ਿਆਦਾ ਹੁੰਦੇ ਨੇ। ऑक्यूपेशन स्ट्रेस जॉब्स ने या फिर सेम है दोनों ਦੇ ਵਿੱਚ ਕੀ ਹੈ ਕਿ ऑक्यूपेशनली स्ट्रेस ਲੈਵਲ ਜਿਹੜਾ ਇਨਹੈਂਸ ਹੋ ਜਾਂਦਾ ਉਸ ਪਰਸਨ ਦੇ ਉੱਤੇ ਉਹਦੇ ਨਾਲ ਉਹਦੀ ਡਾਈਜੈਸਟਿਵ ਪੈਟਰਨ ਉਹਦਾ ਲਾਈਫਸਟਾਈਲ ਦੇ ਉੱਤੇ ਫਰਕ ਪੈਣੇ ਉਹਦੇ ਨਾਲ ਕੀ ਹੈ ਅਲਸਰ ਫਾਰਮੇਸ਼ਨ ਹੈ ਜਿਹੜੇ ਹੋ ਸਕਦੇ ਆ।
Next is the pain, epigastric discomfort, and to the epic and radiant to the back। ਹੁਣ ਇਹਦੇ ਵਿੱਚ ਕੀ ਹੈ ਕਿ epigastric ਹੈ ਪੇਸ਼ੈਂਟਸ ਦੇ ਵਿੱਚ, ਉਹ discomfort ਹੁੰਦਾ ਵਾ। Next is the epigastric can be radiant to the back, back ਜਿਹੜੀ ਕਿ ਉਹ normal ਕੀ ਹੈ rotate ਹੁੰਦੀ ਹੈ। Next is the onset, 2 to 3 hours after eating and midnight। पेशेंट्स ਨੂੰ आफ्टर ਕੀ ਹੈ डाइट ਲੈਣ ਤੋਂ 2 ਤੋਂ 3 ਘੰਟੇ ਬਾਅਦ ਜਾਂ ਫਿਰ midnight, आफ्टर ईटिंग ਤੋਂ midnight पेशेंट ਨੂੰ itching ਜਾਂ ਫਿਰ ਹਾਰਟ ਬਰਨਿੰਗ ਸੈਂਸੇਸ਼ਨਸ ਨੇ ਜਿਹੜੀਆਂ ਹੁੰਦੀਆਂ ਨੇ। ਇਮੀਡੀਏਟ आफ्टर ईटिंग, ਜਦੋਂ ਹੀ ਪੇਸ਼ੈਂਟ ਨੇ ਖਾ ਲਿਆ ਸਟਮਕ ਜਿੱਦਾਂ ਹੀ ਉਹਦਾ ਫਿਲ ਅਪ ਹੋਊਗਾ ਉਦਾਂ ਹੀ ਉਹਦੇ ਪੇਸ਼ੈਂਟਸ ਦੇ ਵਿੱਚ ਕੀ ਆ ਪੇਨ ਹੈ ਜਿਹੜੀ ਉਹ ਸਟਾਰਟ ਹੋ ਗਈ ਹੈ। ਅਗਰੈਸਡ ਬਾਈ ਹੰਗਰ, ਜਦੋਂ ਪੇਸ਼ੈਂਟ ਭੁੱਖ ਲੱਗੀ ਹੁੰਦੀ ਆ ਉਦੋਂ ਜ਼ਿਆਦਾ ਉਸ ਫਾਰਮ ਦੇ ਵਿੱਚ ਉਹਨੂੰ ਪੇਨ, ਇਚਿੰਗ, ਬਰਨਿੰਗ ਹੁੰਦੀ ਹੈ। ਦੈਨ ਦਾ ਪੇਸ਼ੈਂਟ ਜਦੋਂ ਈਟ ਕਰਦਾ ਐਜ਼ ਕੰਪੇਅਰ ਆਫ ਉੱਥੇ ਪੇਸ਼ੈਂਟਸ ਨੂੰ ਜ਼ਿਆਦਾ ਹੁੰਦੀ ਹੈ ਗੈਸਟ੍ਰਿਕ ਅਲਸਰ ਦੇ ਵਿੱਚ ਪੇਨ। ਨੈਕਸਟ ਇਜ਼ ਦਾ ਡਿਊਡਨਲ ਅਲਸਰ ਔਰ ਗੈਸਟ੍ਰਿਕ ਅਲਸਰ ਦੇ ਵਿੱਚ ਕੀ ਹੈ ਰਿਲੀਵਡ ਬਾਈ, ਇਹਨਾਂ ਨੂੰ ਰਿਲੀਵਡ ਕਿੱਦਾਂ ਕੀਤਾ ਜਾਂਦਾ, ਜਿੱਦਾਂ ਕਿ ਇੱਕ ਕ੍ਰੇਵਿੰਗ ਜਿੱਦਾਂ ਹੀ ਪੇਸ਼ੈਂਟ ਦੀ ਰਿਡਿਊਸ ਹੋ ਜਾਂਦੀ ਹੈ ਤਾਂ ਪੇਨ ਹੈ ਜਿਹੜੀ ਉਹ ਰਿਡਿਊਸ ਹੋ ਜਾਂਦੀ ਹੈ ਬਾਈ ਈਟਿੰਗ। ਲੇ ਡਾਊਨ ਔਰ ਵੋਮਿਟ, ਜਾਂ ਤਾਂ ਪੇਸ਼ੈਂਟਸ ਨੂੰ ਵੋਮਿਟ ਆ ਜਾਂਦੀ ਹੈ, ਦੈਨ ਪੇਸ਼ੈਂਟਸ ਦੀ ਹਾਰਟ ਬਰਨਿੰਗ ਹੈ ਜਿਹੜੀ ਸੈਂਸੇਸ਼ਨ ਆ ਉਹ ਰਿਡਿਊਸ ਹੋ ਜਾਂਦੀ ਹੈ, ਜਾਂ ਫਿਰ ਪੇਸ਼ੈਂਟ ਜਦੋਂ ਲੇ ਡਾਊਨ ਫਾਰਮ ਦੇ ਵਿੱਚ ਰੈਸਟ ਕਰਦਾ ਉਦੋਂ। ਡਿਊਰੇਸ਼ਨ ਕਿੰਨੀ ਰਹਿੰਦੀ ਆ ਅਲਸਰ ਦੀ, ਡਿਊਡਨਲ ਅਲਸਰ 1 to 2 ਮੰਥ ਤੱਕ ਜਿਹੜੀ ਇਹਦੀ ਡਿਊਰੇਸ਼ਨ ਹੈ ਤੇ ਗੈਸਟ੍ਰਿਕ ਅਲਸਰ ਦੀ ਫਿਊ ਵੀਕਸ ਤੱਕ ਹੈ। ਵੋਮਿਟਿੰਗ ਅਨਕਾਮਨ ਹੈ ਤੇ ਉਹਦੇ ਵਿੱਚ ਕਾਮਨ ਰਿਲੀਫ ਟੂ ਦਾ ਪੇਨ, ਪੇਨ ਨਾਲ ਪੇਸ਼ੈਂਟ ਦੀ ਰਿਲੀਫ ਹੋ ਜਾਂਦੀ ਹੈ ਜਦੋਂ ਉਹ ਵੋਮਿਟ ਕਰ ਲੈਂਦਾ। ਐਪੇਟਾਈਟ ਗੁੱਡ ਹੁੰਦੀ ਹੈ ਇਹਦੇ ਵਿੱਚ। ਪੇਸ਼ੈਂਟ ਅਫਰੇਡ ਟੂ ਈਟ, ਪੇਸ਼ੈਂਟ ਨੂੰ ਡਰ ਰਹਿੰਦਾ, ਫੀਅਰ ਜਿਹਨੂੰ ਅਸੀਂ ਕਹਿ ਦਈਏ ਕਿ ਜਿਹਦੇ ਕਰਕੇ ਉਹਦਾ ਐਨੋਰੈਕਸੀਆ ਜਿਹੜਾ ਇਨਹੈਂਸ ਹੁੰਦਾ ਕਿ ਮੈਂ ਡਾਈਟ ਲਵਾਂਗਾ ਤਾਂ ਮੈਨੂੰ ਵੋਮਿਟ ਆ ਜਾਏਗੀ। ਡਾਈਟ ਦੇ ਵਿੱਚ ਗੁੱਡ, ਈਟ ਟੂ ਰਿਲੀਵ ਦਾ ਪੇਨ, ਪੇਸ਼ੈਂਟਸ ਲਈ ਅੱਛਾ ਹੁੰਦਾ ਕਿ ਜੇ ਉਹ ਖਾਵੇ ਤਾਂ ਉਹਦੀ ਪੇਨ ਹੈ ਜਿਹੜੀ ਰਿਲੀਵ ਹੋ ਜਾਂਦੀ ਆ। ਅਵਾਇਡ ਫਰਾਈਡ ਫੂਡ, ਇਹਦੇ ਵਿੱਚ ਪੇਸ਼ੈਂਟਸ ਨੇ ਅਵਾਇਡ ਕਰਨੇ ਆ ਜਿਹੜੇ ਫਰਾਈਡ ਫੂਡ ਖਾਣੇ ਨੇ, ਜਿਹਦੇ ਕਰਕੇ ਕੀ ਆ ਉਹਦੀ ਕੰਪੋਜੀਸ਼ਨ ਜਿਹੜੀ ਆ ਕੀ ਆ ਫਾਸਟ ਫੂਡ ਦੀ ਉਹ ਗੈਸਟ੍ਰਿਕ ਐਸਿਡ ਦੀ ਮਿਊਕਸ ਲਾਈਨਿੰਗ ਨੂੰ ਹੋਰ ਜਿਹੜਾ ਕੀ ਹੈ ਡਿਸਟਰਬ ਕਰਦੀ ਹੈ ਵਿਦ ਦ ਕੋਡਿੰਗ ਆਫ ਗੈਸਟ੍ਰਿਕ ਐਸਿਡ। ਵੇਟ, ਨੋ ਵੇਟ ਲਾਸ, ਇਹਦੇ ਵਿੱਚ ਵੇਟ ਨਹੀਂ ਲਾਸ ਹੁੰਦਾ ਬਟ ਇਹਦੇ ਵਿੱਚ ਵੇਟ ਆ ਜਿਹੜਾ ਪੇਸ਼ੈਂਟਸ ਦਾ ਲਾਸ ਹੋ ਜਾਂਦਾ। ਨੈਕਸਟ ਇਜ਼ ਦਾ ਹੈਮੇਟੋਮੈਸਿਸ, 40% 60%, ਮੈਲੀਨਾ 60% ਬਲੱਡ ਇਨ ਦਾ ਸਟੂਲ, ਦੈਟ ਇਜ਼ ਦਾ 60% ਡਿਊਡਨਲ ਫਾਰਮ ਚ ਹੁੰਦਾ, ਔਰ ਸਟਮਕ ਦੇ ਵਿੱਚ 40% ਚਾਂਸਸ ਨੇ ਕਿ ਬਲੱਡ ਹੈ ਜਿਹੜਾ ਸਟੂਲ ਦੇ ਵਿੱਚ ਪਾਸ ਹੋਏਗਾ। ਨੈਕਸਟ ਇਜ਼ ਦਾ ਇਨਵੈਸਟੀਗੇਸ਼ਨਸ ਐਂਡ ਡਾਇਗਨੋਸਟਿਕ ਟੈਸਟ। ਇਨਵੈਸਟੀਗੇਸ਼ਨ ਚ ਆਏਗਾ ਸਟੂਲ ਐਗਜ਼ਾਮੀਨੇਸ਼ਨਸ ਫॉर द ਫੀਕਲ ਓਕੂਲਰ ਬਲੱਡ, ਸਟੂਲ ਐਗਜ਼ਾਮੀਨੇਸ਼ਨ ਹੋਏਗਾ ਟੂ ਆਇਡੈਂਟੀਫਾਈ ਕਿ ਪੇਸ਼ੈਂਟਸ ਦੇ ਸਟੂਲ ਦੇ ਵਿੱਚ ਬਲੱਡ ਹੈ ਜਾਂ ਨਹੀਂ ਹੈ, ਉਸ ਨੂੰ ਆਇਡੈਂਟੀਫਾਈ ਕੀਤਾ ਜਾਏਗਾ ਬਾय द ਬਲੱਡ ਟੈਸਟ, ਬਾय द ਸਟੂਲ ਟੈਸਟ। ਕੰਪਲੀਟ ਬਲੱਡ ਕਾਊਂਟ ਟੂ ਡਿਕਰੀਜ਼ ਇਨ ਦ ਬਲੱਡ ਸੈੱਲ, ਹੁਣ ਕੀ ਹੈ ਕਿ ਬਸ ਕੰਪਲੀਟ ਬਲੱਡ ਕਾਊਂਟ ਕੀਤਾ ਜਾਏਗਾ ਤੇ ਉਹਦੇ ਵਿੱਚ ਅਬਸੈਸ ਕੀਤਾ ਜਾਏਗਾ ਕਿ ਬਲੱਡ ਸੈਲਸ ਦੇ ਵਿੱਚ ਕੀ ਆ ਅਬਨੋਰਮੈਲਿਟੀ ਕੀ ਹੈ ਉਸ ਨੂੰ ਅਬਜ਼ਰਵ ਕੀਤਾ ਜਾਏਗਾ। ਕੰਪਲੀਟ ਦੇ ਵਿੱਚ ਟੋਟਲ ਆਰਬੀਸੀ ਵਗੈਰਾ ਕੰਪਲੀਟ ਹੋਣਗੇ ਵਾਈਟ ਬਲੱਡ ਸੈਲਸ। ਡਾਇਗਨੋਸਟਿਕ ਟੈਸਟਸ ਦੇ ਵਿੱਚ ਕੀ ਆ ਮੇਨਲੀ ਸਪੈਸ਼ਲੀ ਹੈ ਈਸੋਗੈਸਟ੍ਰੋ ਡਿਊਡਨੋਸਕੋਪੀ। ਈਸੋਗੈਸਟ੍ਰੋਡਿਊਡਨੋ, ਈਸੋ ਮੀਨਸ ਈਸੋਫੇਗਸ, that is the gastrostomach and duodenum ਦੀ ਸਕੋਪੀ ਹੋਏਗੀ। ਇੰਡੋਸਕੋਪਿਕ ਪ੍ਰੋਸੀਜਰ ਹੁੰਦਾ ਵਿਜ਼ੂਅਲਾਈਜ਼ ਦਾ ਅਲਸਰ ਕ੍ਰੇਟਰ, ਸੌਰੀ ਇਹਦੇ ਵਿੱਚ ਅਲਸਰ ਕਿੱਥੇ ਕ੍ਰੀਏਟ ਹੋਇਆ ਉਸ ਮਿਊਕਸ ਲੇਅਰ ਨੂੰ ਅਸੈਸ ਹੋ ਜਾਂਦਾ ਹੈ ਕਿ ਸਟਮਕ ਚ ਹੈ, ਈਸੋਫੇਗਸ ਚ ਹੈ ਜਾਂ ਡਿਊਡਨਮ ਚ ਹੈ। ਅਬਿਲਿਟੀ ਟੂ ਟੇਕ ਦਾ ਟਿਸ਼ੂ ਬਾਇਓਪਸੀ, ਇਹਦੇ ਵਿੱਚ ਅਸੀਂ ਕੀ ਹੈ ਟਿਸ਼ੂਜ਼ ਦੀ ਬਾਇਓਪਸੀ ਲੈਂਦੇ ਹਾਂ ਟੂ ਫਾਈਂਡ ਆਊਟ ਆਫ ਦਾ ਗੈਸਟ੍ਰਿਕ ਡਿਊਡਨਲ ਕੈਂਸਰ ਦੇ ਲਈ। ਕੈਂਸਰ ਐਂਡ ਡਾਇਗਨੋਸਟਿਕ ਆਫ ਦਾ ਐਚ ਪਾਇਲੋਰੀਜ਼, ਉਹਦੇ ਵਿੱਚ ਕੀ ਆ ਕੋਬੈਕਟਰ ਬੈਕਟੀਰੀਅਲ ਦੇ ਲਈ ਅਸੀਂ ਅਸੈਸਮੈਂਟ ਕਰਨ ਦੇ ਲਈ ਉਹਦੀ ਬਾਇਓਪਸੀ ਜਾਂ ਉੱਥੋਂ ਸੈਂਪਲ ਹੈ ਜਿਹੜਾ ਕਲਚਰ ਲੈ ਲੈਂਦੇ ਹਾਂ। ਅਪਰ ਗੈਸਟ੍ਰੋ ਇੰਟੈਸਟਾਈਨਲ ਸੀਰੀਜ਼, ਬੇਰੀਅਮ ਸਵਾਲੋ, ਹੁਣ ਇਹਦੇ ਵਿੱਚ ਕੀ ਕਿ ਅਪਰ ਫਾਰਮ ਦੇ ਵਿੱਚ ਕੀ ਅਸੀਂ ਬੇਰੀਅਮ ਸੋਲੂਸ਼ਨ ਹੈ ਜਿਹੜਾ ਉਸ ਨੂੰ ਪੇਸ਼ੈਂਟਸ ਨੂੰ ਸਵਾਲੋ ਕਰਨ ਨੂੰ ਦਿੰਦੇ ਆ। ਫਿਰ ਐਕਸਰੇ ਨਾਲ ਵਿਜ਼ੂਅਲਾਈਜ਼ ਕੀ ਹੈ ਸਟਰਕਚਰ ਆਫ ਦਾ ਅਪਰ ਜੀਆਈ ਟ੍ਰੈਕਟ, ਹੁਣ ਇਹਦੇ ਵਿੱਚ ਐਕਸਰੇ ਨਾਲ ਕੀ ਸਾਡੇ ਕੋਲ ਆ ਜਾਂਦਾ ਅਪਰ ਫਾਰਮ ਦਾ ਅਸੈਸਮੈਂਟ। यूरिया ब्रेथ टेस्टिंग, ਹੁਣ ਇਹਦੇ ਵਿੱਚ ਕੀ ਹੈ ਕਿ ਸੇਮ ਕਿ ਦਾ ਬ੍ਰੇਨ ਸਵਾਲਨ ਕਰਾਉਣੇ ਆ, ਇਹ ਬ੍ਰੈਥ ਮਤਲਬ ਉਹਦੇ ਟੈਸਟਿੰਗ ਦੇ ਲਈ ਯੂਜ਼ ਕਰਦੇ ਆ। ਯੂਜ਼ ਟੂ ਡਿਟੈਕਟ ਦਾ ਐਚ ਪਾਇਲੋਰੀ, ਹਾਂ ਜਿਹਦੇ ਵਿੱਚ ਬੈਕਟੀਰੀਅਲ ਅਸੈਸਮੈਂਟ ਹੋਏਗੀ। ਕਲਾਇੰਟ ਡਰਿੰਕ ਏ ਕਾਰਬਨ ਇਨਰਿਚ ਯੂਰੀਆ ਸੋਲੂਸ਼ਨ, ਡਰਿੰਕ ਕਰੇਗਾ ਮੀਨ ਸੋਲਟ ਕਰੇਗਾ, ਜਿਹਦੇ ਨਾਲ ਕੀ ਹੋਏਗਾ ਪੇਸ਼ੈਂਟ ਐਕਸੈਲਡ ਕਾਰਬਨ ਡਾਈਆਕਸਾਈਡ ਐਂਡ ਦੈਨ ਦਾ ਮੇਜਰ, ਹੁਣ ਜਦੋਂ ਬਾਹਰ ਕੱਢੇਗਾ ਕਾਰਬਨ ਡਾਈਆਕਸਾਈਡ ਤਾਂ ਉਦੋਂ ਉਹਦਾ ਜਿਹੜਾ ਯੂਰਿਕ ਲੈਵਲ ਆ ਉਸ ਦੀ ਅਸੈਸਮੈਂਟ ਆ ਉਹਦੇ ਥਰੂ ਹੋ ਜਾਏਗੀ।
in all patients with the alarming symptoms ਜਿਹੜੇ ਮੇਨਲੀ ਹੈ ਪੇਸ਼ੈਂਟਸ ਦੇ ਵਿੱਚ ਕੀ ਹੈ ਅਲਾਰਮਿੰਗ ਸਿੰਪਟਮਸ ਆਉਂਦੇ ਆ ਡਾਇਸਪੇਜ਼ੀਆ weight loss vomiting anorexia and hematemesis or melena complications of the peptic ulcer hemorrhage blood vessels damage as ulcer erodes into the muscles of stomach or duodenal wall ਇਹਦੇ ਵਿੱਚ ਕੀ ਹੈ ਕਿ blood vessels damage ਹੋ ਜਾਂਦੀਆਂ ਨੇ ulcer ਜਿਹੜੇ ਕੀ ਹੈ erodes into the muscles of the stomach and to the duodenal wall ਜਿਹੜੇ ਫਾਰਮ ਦੇ ਵਿੱਚ ਸਾਡੇ ਕੋਲ ਕੀ ਆ mucus lining ਦੇ ਉੱਤੇ ulcer form ਹੋ ਗਿਆ ਤਾਂ ਉਹਦੇ ਨਾਲ ਕੀ ਨੇ ਜਿਹੜੀਆਂ blood vessels ਨੇ ਉਹ naked ਹੋ ਜਾਂਦੀਆਂ ਉਹਨਾਂ ਦੀ skin ਜਿਹੜੀ ਹੈ ਉਹ damage ਹੋ ਜਾਂਦੀ ਹੈ ਔਰ easily ਹੈ ਜਿਹੜੀ bleeding ਹੋਣ ਲੱਗ ਜਾਂਦੀ ਹੈ ਜਿਹਦੇ ਕਰਕੇ patients ਦੇ ਵਿੱਚ ਕੀ ਆ hemorrhage ਹੋ ਸਕਦੀ ਹੈ GI system ਦੇ ਵਿੱਚ coffee ground vomitus or occult blood in the tarry stool ਹੁਣ ਇਹਦੇ ਵਿੱਚ ਕੀ ਹੈ ਕਿ coffee ground means indicate ਕੀ ਕਰਦਾ ਕਿ inner sided previous bleeding ਹੋਈ ਹੈ ਜਿਹਦੇ ਕਰਕੇ bleeding ਜਿਹੜੀ fresh ਨਹੀਂ ਹੋਏਗੀ ਉਹ ਕੀ ਆ ਜਿਹੜਾ ਉਹਦਾ ਕਲਰ ਹੈ ਉਹ brownish ਕਲਰ ਦਾ ਹੋਏਗਾ perforation ਦੇ ਵਿੱਚ ਕੀ ਹੈ ਕਿ an ulcer can erode through the entire wall ਇਹਦੇ ਵਿੱਚ ਕੀ ਹੈ ਕਿ entire wall superficial layer ਦੇ ਉੱਤੇ ਹੈ ਇਸ ਤੋਂ ਅੱਗੇ bacteria and partially digested food spill into the peritoneum and peritonitis बैक्टीरिया या फिर डाइजेस्टेड फूड है ਜਿਹੜਾ ਉਹ ਪਾਸ ਆਊਟ ਹੋ ਗਿਆ ਡਿਊਰਿੰਗ ਟੂ ਦਾ ਅਲਸਰ ਫਾਰਮ ਦੇ ਨਾਲ ਉਹ ਸਕਿਨ ਦੀ ਜਿਹੜੀ ਮਿਊਕੋਸਲ ਲਾਈਨਿੰਗ ਹੈ ਜਿਹੜੀ ਆਰਗਨ ਨੂੰ ਸੈਪਰੇਟ ਰੱਖਦੀ ਹੈ ਉਹ ਲੀਕੇਜ ਹੋਣ ਲੱਗੇਗੀ ਜਿਹਦੇ ਕਰਕੇ ਫੂਡ ਪਾਰਟੀਕਲਸ ਨੇ ਜਿਹੜੇ ਉਹ ਪੈਰੀਟੋਨੀਅਮ ਲੇਅਰ ਦੇ ਵਿੱਚ ਨੇ ਵਿਜ਼ੂਅਲਾਈਜ਼ਡ ਹੁੰਦੇ ਨੇ ਜਿਹੜੇ ਕੀ ਆ ਫਰਦਰ ਕੀ ਕਰਨਗੇ ਉਹ ਪੈਰੀਟੋਨਾਈਟਿਸ ਦੈਟ ਇਜ਼ ਮੀਨ ਦਾ ਇਨਫਲੇਮੇਸ਼ਨਸ ਆਫ ਦਾ ਪੈਰੀਟੋਨੀਅਮਸ ਲਾਈਨਿੰਗ ਜਿਹੜੀ ਐਬਡੋਮੀਨਲ ਲਾਈਨਿੰਗ ਹੈ ਉਹਦੇ ਵਿੱਚ ਕੀ ਹੈ ਬੈਕਟੀਰੀਆ ਤੇ ਫੂਡ ਪਾਰਟੀਕਲਸ ਨੇ ਜਿਹੜੇ ਉਹ हो जाएंगे narrowing and obstruction pylori the narrowing हो रही है swelling and the scarring can cause obstructions of the food leaving stomach and repeated vomiting ਹੁਣ ਪੇਸ਼ੈਂਟਸ ਦੇ ਵਿੱਚ ਕੀ ਹੈ ਕਿ ਜਿਵੇਂ ਡਿਊਡਨਮ ਫਾਰਮ ਦੇ ਵਿੱਚ ਜਾ ਕੇ ਕਿ ਉਥੋਂ ਨੈਰੋ ਹੋ ਜਾਊਗਾ ਅਲਸਰ ਫਾਰਮੇਸ਼ਨਸ ਦੇ ਨਾਲ ਇਨਫਲੇਮੇਟਰੀ ਫਾਰਮ ਹੈ ਤਾਂ ਉਹਦੇ ਵਿੱਚ ਟੈਂਡਰਨੈਸ ਔਰ ਸਵੈਲਿੰਗ ਹੋਏਗੀ ਜਿਹਦੇ ਕਰਕੇ ਫੂਡ ਹੈ ਜਿਹੜਾ ਉਹ ਅੱਗੇ ਪਾਸ ਨਹੀਂ ਹੋ ਰਿਹਾ ਜਿਹਦੇ ਕਰਕੇ ਸਟਮਕ ਹੈ ਜਿਹੜਾ ਬਹੁਤ ਟਾਈਮ ਤੱਕ ਫਿਲ ਰਹੇਗਾ obstruction of the food leaving ਫੂਡ ਹੈ ਜਿਹੜਾ ਉਹ ਬਹੁਤ ਟਾਈਮ ਤੱਕ ਸਟਮਕ ਦੇ ਵਿੱਚ ਸਟੇ ਕਰੇਗਾ ਜਿਹਦੇ ਕਰਕੇ ਕੀ ਹੈ ਪੇਸ਼ੈਂਟਸ ਨੂੰ ਰੀਕਰੈਂਟ ਵੋਮਿਟਿੰਗ ਹੋ ਸਕਦੀ ਹੈ ਮੀਨਸ ਉਹ ਫਲੋ ਹੈ ਜਿਹੜਾ ਬੈਕ ਆ ਸਕਦਾ ਨੈਕਸਟ ਇਜ਼ ਦਾ ਮੈਨੇਜਮੈਂਟ ਲਾਈਫਸਟਾਈਲ ਮੋਡੀਫਿਕੇਸ਼ਨਸ ਪੇਸ਼ੈਂਟਸ ਨੂੰ ਆਪਾਂ ਕਹਿ ਸਕਦੇ ਹਾਂ ਨੈਕਸਟ ਇਜ਼ ਦਾ ਸਕ੍ਰਿਟਰੀ ਡਰੱਗਸ ਥੈਰੇਪੀ ਦੇ ਸਕਦੇ ਹਾਂ ਹਾਈਪੋਸਕ੍ਰਿਟਰੀ ਦੇ ਵਿੱਚ ਆਉਂਦੀਆਂ ਜਿਹੜੀਆਂ ਸਕ੍ਰੀਸ਼ਨਸ ਨੂੰ ਰਿਡਿਊਸ ਕਰਨ ਨੈਕਸਟ H ਪਾਇਲੋਰੀਜ਼ eradications therapy ਦੇ ਸਕਦੇ ਹਾਂ next one to the surgeries ਨੇ ਜਿਹੜੀਆਂ ਅਸੀਂ ਉਹ patients ਤੇ advise ਕਰ ਸਕਦੇ ਹਾਂ further first one's the lifestyle modifications ਦੇ ਵਿੱਚ ਕੀ ਆ discontinues non-steroid anti-inflammatory drugs ਜੇ ਕਿਸੇ patient ਦੀ ਕਿਸੇ ਦੀ systematic disease ਕਰਕੇ non-steroid inflammatory medication ਚੱਲਦੀਆਂ ਨੇ ਸੋ ਉਹਦੇ ਕਰਕੇ ਪੇਸ਼ੈਂਟਸ ਨੂੰ ਫਰਦਰ ਇਨਫੈਕਸ਼ਨਸ ਹੋ ਰਿਹਾ ਹੈ ਜਾਂ ਪੇਸ਼ੈਂਟਸ ਨੂੰ ਬਰਨਿੰਗ ਸੈਂਸੇਸ਼ਨਸ ਆ ਰਹੀਆਂ ਨੇ ਜਾਂ ਪੇਸ਼ੈਂਟਸ ਨੂੰ ਬਲੀਡਿੰਗ ਆ ਰਹੀ ਹੈ ਜੀਆਈ ਸਿਸਟਮ ਦੇ ਵਿੱਚ ਤਾਂ ਇਮੀਡੀਏਟਲੀ ਡਾਕਟਰ ਦੇ ਨਾਲ ਕੰਸਲਟ ਕਰਕੇ ਉਹਨਾਂ ਨੂੰ ਸਟਾਪ ਕਰ ਦਿਓ The second is the smoking section. Smoking ਹੈ ਜਿਹੜੀ ਕਿ ਉਹ ਪਰਸਨ ਆਪਣੇ ਆਪ ਕੁਇਟ ਕਰ ਸਕਦਾ ਜਿਹਦੇ ਨਾਲ ਕੀ ਹੈ ਕਿ ਉਹਦੀ ਜਿਹੜੀ ਆਕਸੀਜਨ ਕੰਜ਼ੰਪਸ਼ਨਸ ਬਾਡੀ ਦੇ ਵਿੱਚ ਨਾਰਮਲ ਹੋ ਜੂਗੀ ਟਿਸ਼ੂਜ਼ ਨੂੰ ਹਿਊਜ ਅਮਾਉਂਟ ਦੇ ਵਿੱਚ ਆਕਸੀਜਨ ਮਿਲੂਗੀ ਔਰ ਐਪੀਥੀਲੀਅਮ ਦੀ ਜਿਹੜੀ ਹੀਲਿੰਗ ਹੈ ਉਹ ਜ਼ਿਆਦਾ ਹੋਏਗੀ ਅਲਕੋਹਲ ਵੀ ਸੇਮ ਪ੍ਰੋਸੈਸ ਹੈ ਕਿ ਉਹਦੇ ਵਿੱਚ ਐਸਿਡਿਕ ਲੈਵਲ ਹੈ ਜਿਹੜਾ ਬਾਡੀ ਦਾ ਉਹ ਵੱਧ ਜਾਂਦਾ ਪੀਐਚ ਲੈਵਲ ਡਿਸਟਰਬ ਹੋ ਜਾਂਦਾ ਐਲਕੇਲਾਈਨਸ ਹੈ ਜਿਹੜੀ ਉਹ ਬਾਡੀ ਨਹੀਂ ਰਹਿੰਦੀ ਜਿਹਦੇ ਕਰਕੇ ਟਿਸ਼ੂਜ਼ ਦੀ ਡੈਥ ਨਿਕਰੋਸਿਸ ਹਾਇਰ ਸਪੀਡ ਚ ਹੁੰਦਾ ਸੋ ਉਸੇ ਫਾਰਮ ਦੇ ਵਿੱਚ ਪਰਸਨਸ ਨੇ ਕੀ ਕਰਨਾ ਅਲਕੋਹਲ ਦੀ ਕੰਜ਼ੰਪਸ਼ਨਸ ਨੂੰ ਰਿਡਿਊਸ ਕਰ ਦੇਣਾ ਨੈਕਸਟ ਆ ਗਿਆ ਸਟ੍ਰੈਸ ਐਡਵਾਈਸ ਟੂ ਪੇਸ਼ੈਂਟਸ ਕਿ ਉਸਨੇ ਸਟ੍ਰੈਸ ਨੂੰ ਅਵੋਇਡ ਕਰਨਾ ਮੈਡੀਟੇਸ਼ਨ ਯੋਗਾ ਪ੍ਰੋਸੈਸ ਦੇ ਨਾਲ ਸਟ੍ਰੈਸ ਨੂੰ ਰਿਡਿਊਸ ਕੀਤਾ ਜਾ ਸਕਦਾ ਜਿਹੜੀ ਕੀ ਆ ਫਰਦਰ ਉਸਦੇ ਡਾਈਜੈਸਟਿਵ ਸਿਸਟਮ ਉੱਪਰ ਰੋਸ਼ਨ ਇਫੈਕਟ ਵਾ ਜਿਹੜਾ ਉਹ ਨਹੀਂ ਪਾਏਗੀ ਹਾਈਪੋਸੈਕ੍ਰੀਟਰੀ ਡਰੱਗਸ ਜਿਹੜੀਆਂ secretions gastric acid ਦੀ secretion ਨੂੰ decrease ਕਰਨੀ ਹੈ that drugs PPI means ਕੀ ਆ proton pump inhibitor suppress the acidic production ਹੁਣ ਇਹ acidic ਦੀ production ਨੂੰ reduce ਕਰਨੀ ਹੈ Prilosec and Prevacid ਇਹਦੇ ਵਿੱਚ ਕੀ ਹੈ ਕਿ ਇਹ ਦੋ ਡਰੱਗਸ ਨੇ ਜਿਹੜੀਆਂ ਅਸੀਂ ਕੰਬਾਈਨਲੀ ਦੇ ਸਕਦੇ ਹਾਂ H2 receptor antagonist
ਬਲੌਕ ਹਿਸਟਾਮਾਈਨ ਸਟਿਮੂਲੇਟਡ ਗੈਸਟ੍ਰਿਕ ਸਿਕ੍ਰੀਸ਼ਨ। ਹੁਣ ਇਹਦੇ ਵਿੱਚ ਕੀ ਹੈ ਕਿ ਇਹ ਹਿਸਟਾਮਾਈਨਸ ਨੇ ਜਿਹੜੇ ਉਹਨਾਂ ਨੂੰ ਸਟਿਮੂਲੇਟ ਨਹੀਂ ਹੋਣ ਦੇਣਗੀਆਂ ਤਾਂ ਕਿ ਜਿਹੜੀਆਂ ਗੈਸਟ੍ਰਿਕ ਸਿਕ੍ਰੀਸ਼ਨਸ ਨੇ ਉਹਨੂੰ ਇਹ ਬਲੌਕ ਕਰ ਦੇਣਗੇ। ਨੈਕਸਟ ਇਹਦੇ ਵਿੱਚ ਕੀ ਹੈਗਾ ਜੈਨਟਿਕ ਪੈਪਸਿਡ ਐਂਡ ਐਕਸਾਈਡ। ਐਂਟਾਐਸਿਡ ਦੇ ਵਿੱਚ ਕੀ ਆ ਗਈਆਂ ਨਿਊਟਰਲਾਈਜ਼ਸ ਐਸਿਡ ਐਂਡ ਪ੍ਰੀਵੈਂਟ ਫਾਰਮੇਸ਼ਨਸ ਆਫ ਦਾ ਪੈਪਸਿਨ, ਜਿਹਦੇ ਵਿੱਚ ਕੀ ਹੈ ਪੈਪਸਿਨ ਦੀ ਫਾਰਮੇਸ਼ਨਸ ਨੂੰ ਪ੍ਰੀਵੈਂਟ ਕਰਨਗੇ। ਇਹਦੇ ਵਿੱਚ ਵੀ ਅਸੀਂ ਦੇ ਸਕਦੇ ਹਾਂ ਮਾਈਲੋਕਸ and Mylanta. Give 2 hours after the meal and after and at the bed time। patient ਨੂੰ bed time ਦੇ ਸਕਦੇ ਹਾਂ ਜਿਹਦੇ ਨਾਲ midnight ਜਿਹੜੀ burning sensation ਸੀ ਉਹ reduce ਹੋਏਗੀ ਔਰ patient ਨੂੰ after meal ਜਿਹੜੀ ਕੀ ਹੈ ਉਹਨੂੰ vomiting ਆ ਰਹੀ ਹੈ ਉਸ ਨੂੰ prevent ਕੀਤਾ ਜਾ ਸਕਦਾ ਹੈ। Prostaglandin analgesics ਦੇ ਵਿੱਚ ਕੀ ਹੈ ਕਿ reduce gastric acid and enhance the mucosal resistance to injury। ਹੁਣ ਇਹਦੇ ਵਿੱਚ ਕੀ ਗੈਸਟ੍ਰਿਕ ਐਸਿਡ ਆ ਜਿਹੜਾ ਉਹ ਇਨਹੈਂਸ ਰਿਡਿਊਸ ਹੋ ਜਾਊਗਾ ਜਿਹਦੇ ਕਰਕੇ ਇੰਜਰੀ ਉਹਦੇ ਸਟੇ ਕਰਨ ਕਰਕੇ ਰੀਸਸਟੇਨ ਹੋਣ ਕਰਕੇ ਉੱਥੇ ਸਟੇ ਜ਼ਿਆਦਾ ਰਹਿਣ ਕਰਕੇ ਇੰਜਰੀ ਹੁੰਦੀ ਸੀ ਉਹ ਰਿਡਿਊਸ ਹੋ ਜੂਗੀ। ਸਾਈਟੋਟੈਕ ਮੈਡੀਕੇਸ਼ਨ ਹੈ। ਮਿਕੋਜ਼ਲਸ ਬੈਰੀਅਰਸ ਫਾਇਰ ਫਾਰਮ ਆ ਪ੍ਰੋਟੈਕਟਿਵ ਕੋਟ। ਇਹਦੇ ਵਿੱਚ ਕੀ ਹੈ ਕਿ ਜਿਹੜੀ ਉਹਦੀ ਇਪੀਥੀਲੀਅਮ ਸੈੱਲ ਦੇ ਉੱਤੇ ਇੱਕ ਪ੍ਰੋਟੈਕਟਿਵ ਕੋਟ ਦੇ ਵਿੱਚ ਇਹ ਕੰਮ ਕਰੇਗੀ। ਕੋਟ ਮੀਨਸ ਇੱਕ ਲਾਈਨਿੰਗ ਉੱਤੇ ਸ਼ੀਟ ਬਣੇਗੀ। ਇਹਦੇ ਵਿੱਚ ਅਸੀਂ ਮੈਡੀਕੇਸ਼ਨ ਦੇ ਸਕਦੇ ਹਾਂ ਕੈਰਾਫਿਟ ਸੈਕਰਲਫਿਟ ਜਿਹੜੀਆਂ ਕਿ ਉਸ ਚੀਜ਼ ਨੂੰ ਪ੍ਰੋਟੈਕਟ ਕਰਨਗੀਆਂ। ਹੈਲੀਕੋਬੈਕਟਰ ਪੌਲਰੀ ਇਰੈਡੀਕੇਸ਼ਨ ਥੈਰੇਪੀ। ਹੁਣ ਇਹਦੇ ਵਿੱਚ ਅਸੀਂ ਕੀ ਦੇਵਾਂਗੇ ਟ੍ਰਿਪਲ ਥੈਰੇਪੀ ਪੇਸ਼ੈਂਟਸ ਨੂੰ ਅਸੀਂ ਮੈਡੀਕੇਸ਼ਨਸ ਪ੍ਰਿਸਕ੍ਰਾਈਬ ਕਰਦੇ ਹਾਂ। ਫਸਟ ਵਨ ਦੇ ਵਿੱਚ ਅਸੀਂ ਦਿੰਦੇ ਹਾਂ ਪ੍ਰੋਟਨ ਪੰਪ ਇਨਹਿਬਿਟਰ ਜਿਹੜੀਆਂ ਗੈਸਟ੍ਰਿਕ ਐਸਿਡਸ ਦੀ ਪ੍ਰੋਡਕਸ਼ਨਸ ਨੇ ਉਸ ਨੂੰ ਰਿਡਿਊਸ ਕਰਨ ਵਾਲੀਆਂ ਮੈਡੀਸਿਨਸ। ਸੈਕੰਡ ਅਸੀਂ ਦੇਵਾਂਗੇ 2 ਐਂਟੀਬਾਇਓਟਿਕਸ ਦਾ ਕੰਬੀਨੇਸ਼ਨ ਮੈਟਰੋਨਾਈਜ਼ੋਲ ਐਂਡ ਕਲੈਥਰੋਮਾਇਸਿਨ ਜਾਂ ਫਿਰ ਕੀ ਆ ਕਲੈਥਰੋਮਾਇਸਿਨ ਪਲਸ ਅਮੋਕਸਿਨ। 2 ਐਂਟੀਬਾਇਓਟਿਕ ਦੀ ਡੋਜ਼ ਪਲਸ 3 ਟ੍ਰਿਪਲ ਥੈਰੇਪੀਜ਼ ਦੇਵਾਂਗੇ ਇਹਦੇ ਵਿੱਚ। ਨੈਕਸਟ ਆ ਗਿਆ ਸਾਡੇ ਕੋਲ ਸਰਜੀਕਲ ਟ੍ਰੀਟਮੈਂਟ। ਇੰਡੀਕੇਸ਼ਨਸ ਕੀ ਆ ਫੇਲਿਅਰ ਆਫ ਦਾ ਮੈਡੀਕਲ ਟ੍ਰੀਟਮੈਂਟ ਜਦੋਂ ਮੈਡੀਕਲ ਦੇ ਨਾਲ ਜਿਹੜਾ ਕੀ ਆ ਵੂਨ ਅਲਸਰ ਜਾਂ ਫਿਰ ਉਹਦੀ ਹੀਲਿੰਗ ਹੈ ਜਿਹੜੀ ਉਹ ਪੂਅਰ ਹੋਈ ਹੈ। ਡਿਵੈਲਪਮੈਂਟ ਆਫ ਕੰਪਲੀਕੇਸ਼ਨ ਹੁਣ ਇਹਦੇ ਵਿੱਚ ਜਿਹੜੀਆਂ ਕੰਪਲੀਕੇਸ਼ਨਸ ਨੇ ਉਹ ਜ਼ਿਆਦਾ ਸੀਵੀਅਰ ਹੋ ਗਈਆਂ। ਹਾਈ ਲੈਵਲ ਆਫ ਦਾ ਗੈਸਟ੍ਰਿਕ ਸਿਕ੍ਰੀਸ਼ਨ ਐਂਡ ਕੰਬਾਈਨਡ ਡਿਊਡਨਲ ਐਂਡ ਗੈਸਟ੍ਰਿਕ ਅਲਸਰ। ਹੁਣ ਇਹਦੇ ਵਿੱਚ ਕੀ ਆ ਕਿ ਹਾਈ ਲੈਵਲ ਹੋ ਗਿਆ ਜਿਹਦੇ ਕਰਕੇ ਗੈਸਟ੍ਰਿਕ ਸਿਕ੍ਰੀਸ਼ਨਸ ਵੱਧ ਰਹੀਆਂ ਨੇ ਔਰ ਕੰਬਾਈਨ ਨੇ ਜਿਹੜੇ ਗੈਸਟ੍ਰਿਕ ਔਰ ਡਿਊਡਨਲ ਦੋਨਾਂ ਦੇ ਅਲਸਰਸ ਨੇ ਜਿਹੜੇ ਉਹ ਜ਼ਿਆਦਾ ਸਪਰੈਡ ਹੋ ਰਹੇ ਆ। ਪ੍ਰਿੰਸੀਪਲ ਕੀ ਹੈ ਰਿਡਿਊਸ ਐਸਿਡ ਐਂਡ ਦਾ ਪੈਪਸਾਈਨ ਸਿਕ੍ਰੀਸ਼ਨ। ਮੇਨ ਫੋਕਸ ਕਿੱਥੇ ਰਹੇਗਾ ਕਿ ਉਹਦੀ ਪ੍ਰੋਡਕਸ਼ਨ ਰਿਡਿਊਸ ਹੋ ਜਾਏਗੀ ਤਾਂ ਉਹਦਾ ਜਿਹੜਾ ਸਾਈਡ ਇਫੈਕਟ ਆ ਉਹਦੇ ਸਿੰਪਟਮਸ ਵੀ ਨੇ ਉਹਨਾਂ ਦੀ ਸੀਵੀਟੀ ਵੀ ਰਿਡਿਊਸ ਹੋ ਜੂਗੀ। The next one is to the type of the surgical procedure is to the gastroenterostomy। gastroenterostomy ਦੇ ਵਿੱਚ ਕੀ ਹੈ ਕਿ create a passage between the body to the stomach to the small intestine and allow to the regurgitations of the alkaline duodenal content into the stomach, keep acid away from to the ulcerations area। ਹੁਣ ਇਹਦੇ ਵਿੱਚ ਕੀ ਹੈ ਕਿ stomach ਔਰ small intestinal ਦੇ ਪਾਰਟ ਦੇ ਵਿੱਚ ਇੱਕ ਸਰਜਰੀ ਨਾਲ ਹੋਲ ਬਣੇਗਾ ਜਿਹਦੇ ਦਾ ਫਸਟ ਬੈਨੀਫਿਟ ਕੀ ਹੋਏਗਾ ਕਿ ਜਿਹੜਾ ਡਿਊਡਨਲ ਦਾ ਫਲੂਇਡ ਹੈ ਸਮਾਲ ਇੰਟੈਸਟਾਈਨਲ ਦਾ ਫਲੂਇਡ ਹੈ ਜਿਹੜਾ ਉਹ ਇਸ ਏਰੀਏ ਦੇ ਵਿੱਚ ਫਰਦਰ ਸਟਮਕ ਦੇ ਵੱਲ ਨੂੰ ਸਪਰੈਡ ਹੋ ਜਾਏਗਾ ਜਿਹਦੇ ਕਰਕੇ ਐਸਿਡਸ ਦੇ ਨਾਲ ਉਹਦਾ ਮਿਲ ਕੇ ਐਸਿਡ ਦਾ ਜਿਹੜੀ ਕੰਸੈਂਟ੍ਰੇਸ਼ਨ ਹੈ ਉਹ ਰਿਡਿਊਸ ਹੋ ਜੂਗੀ। ਉਹ ਮਿਊਕਸ ਲਾਈਨਿੰਗ ਨੂੰ ਜਿਹੜਾ ਅਫੈਕਟ ਕਰਨਾ ਰਿਡਿਊਸ ਕਰ ਦੂਗਾ। ਨੈਕਸਟ ਵਨ ਟਾਈਪ ਆ ਜਾਂਦੀ ਹੈ ਟਾਈਪ ਆਫ ਦ ਸਰਜੀਕਲ ਪ੍ਰੋਸੀਜਰ ਇਜ਼ ਅ ਵੈਗੋਟੋਮੀ। ਵੈਗੋਟੋਮੀ ਕੀ ਹੈ ਵੇਗਸ ਨਰਵ ਹੈ ਜਿਹੜੀ ਕੀ ਆ ਡਾਈਜੈਸਟਿਵ ਸਿਸਟਮ ਨੂੰ ਸਪਲਾਈ ਕਰਦੀ ਹੈ। ਸੋ ਜਿਹਦੇ ਕਰਕੇ ਕੀ ਹੈ ਇਸਦਾ 10th ਟੋਟਲ ਆਪਣੇ 12 ਕ੍ਰੇਨੀਅਲ ਨਰਵਸ ਹੁੰਦੀਆਂ ਇਹ 10th ਕ੍ਰੇਨੀਅਲ ਨਰਵ ਹੈ। ਇਹ ਨਰਵ ਸਟਿਮੂਲੇਟ ਕੀ ਕਰਦੀ ਹੈ ਕਿ ਜਿਹੜੀਆਂ ਗੈਸਟ੍ਰਿਕ ਸਿਕ੍ਰੀਸ਼ਨਸ ਨੇ ਉਹਨਾਂ ਨੂੰ ਸਟਿਮੂਲੇਟ ਕਰਦੀ ਹੈ। ਜਦੋਂ ਅਸੀਂ ਵੈਗੋਟੋਮੀ ਕਰ ਦਵਾਂਗੇ ਉਦੋਂ ਵੇਗਸ ਨਰਵ ਹੈ ਜਿਹੜੀ ਉਹ ਸਟਿਮੂਲੇਟ ਕਰਨਾ ਬੰਦ ਕਰ ਦੂਗੀ ਕੱਟ ਆਫ ਨਰਵ ਹੋ ਜੂਗੀ ਤੇ ਸਿਕ੍ਰੀਸ਼ਨਸ ਨੇ ਜਿਹੜੀਆਂ ਉਹ ਆਟੋਮੈਟਿਕਲੀ ਉਹਨਾਂ ਦੀ ਪ੍ਰੋਡਕਸ਼ਨ ਹੈ ਜਿਹੜੀ ਰਿਡਿਊਸ ਹੋਊਗੀ। ਜਦੋਂ ਉਹਨਾਂ ਦੀ ਐਸਿਡ ਹੈ ਜਿਹੜਾ ਉਹ ਰਿਡਿਊਸ ਪ੍ਰੋਡਕਟ ਹੋਊਗਾ ਤਾਂ ਉਹਦੇ ਨਾਲ ਕੀ ਹੋਏਗਾ ਪ੍ਰੋਡਿਊਸ ਹੋਣ ਦੇ ਨਾਲ ਉਹਦੇ ਐਸਿਡ ਹੈ ਜਿਹੜਾ ਉਹ ਮਿਊਕਸ ਲਾਈਨਿੰਗ ਨੂੰ ਇਰੀਗੇਟ ਕਰਨਾ ਬੰਦ ਕਰ ਦੂਗਾ ਔਰ ਅਲਸਰ ਫਾਰਮ ਦੇ ਵਿੱਚ ਉਹਦੀ ਬਰਨਿੰਗ ਸੈਂਸੇਸ਼ਨਸ ਨੇ ਜਿਹੜੀਆਂ ਉਹ ਰਿਡਿਊਸ ਹੋ ਜਾਣਗੀਆਂ। ਨੈਕਸਟ ਟਾਈਪ ਦੇ ਵਿੱਚ ਆ ਜਾਂਦਾ ਪਾਇਲੋਰੋਪਲਾਸਟੀ।
Within to the pylorus to the granulating stomach emptying even without vagus nerve stimuli। ਹੁਣ ਇਹਦੇ ਵਿੱਚ ਕੀ ਹੈ ਕਿ ਇਹਨੂੰ ਜਿਹੜੀ ਬਲੌਕੇਜ ਅਸੀਂ ਉਸ ਨੂੰ ਟੀਅਰ ਨੂੰ ਬੰਦ ਕਰ ਦਵਾਂਗੇ ਜਿਹਦੇ ਨਾਲ ਕੀ ਆ ਉਹ ਲੀਕ ਹੋ ਰਿਹਾ ਸੀ ਫੂਡ ਇਨਟੂ ਦਾ ਪੈਰੀਟੋਨੀਅਲ ਕੈਵਿਟੀ ਦੇ ਵਿੱਚ ਔਰ ਇਸ ਏਰੀਏ ਤੇ ਪ੍ਰੈਸ਼ਰਾਈਜ਼ਡ ਹੋਣ ਕਰਕੇ। ਟਾਈਪ ਆਫ ਸਰਜੀਕਲ ਪ੍ਰੋਸੀਜਰਸ ਜਿਹੜੇ ਅਸੀਂ ਕਹਿ ਸਕਦੇ ਹਾਂ enterectomy, subtotal gastrectomy। Lower half of the stomach antrum make most of the acid। ਹੁਣ lower part of the ਜਿਹੜਾ stomach ਦਾ antrum part ਹੈ ਉਹ ਬਹੁਤ ਜ਼ਿਆਦਾ gastric acids ਨੂੰ produce ਕਰਦਾ। ਸੋ ਉਸੇ ਫਾਰਮ ਦੇ ਵਿੱਚ ਅਸੀਂ ਉਸ ਨੂੰ ਕੀ ਹੈ lower half part ਹੈ ਜਿਹੜਾ stomach ਦਾ ਉਸ ਨੂੰ removed ਕਰ ਦਾਂਗੇ ਜਿਹਦੇ ਨਾਲ ਕੀ ਹੋਏਗਾ ਉਸ ਏਰੀਏ ਤੇ ਐਸਿਡ ਦੀ ਪ੍ਰੋਡਕਸ਼ਨ ਰਿਡਿਊਸ ਹੋ ਜੂਗੀ। ਰਿਮੂਵਿੰਗ ਦਾ ਪੋਰਸ਼ਨ ਐਂਟਰੈਕਟਮੀ ਡਿਕਰੀਜ਼ਿੰਗ ਦਾ ਐਸਿਡ ਪ੍ਰੋਡਕਸ਼ਨ। ਇੱਥੇ ਕੀ ਹੈ ਲੋਅਰ ਪੋਰਸ਼ਨਸ ਆਫ ਦਾ ਐਂਟਰਮ ਪਾਰਟ ਹੈ ਜਿਹੜਾ ਕੀ ਆ ਗੈਸਟ੍ਰਿਕ ਐਸਿਡਸ ਨੂੰ ਪ੍ਰੋਡਿਊਸ ਕਰ ਰਿਹਾ। ਸੋ ਇਸ ਫਾਰਮ ਦੇ ਵਿੱਚ ਅਸੀਂ ਲੋਅਰ ਪਾਰਟ ਤੋਂ ਇਹਨੂੰ ਕੀ ਆ ਕੱਟ ਕਰ ਦਵਾਂਗੇ। ਸੋ ਜਿਹਦੇ ਨਾਲ ਕੀ ਹੈ ਇਹ ਜਿਹੜੀ ਉਹ ਇਨਫਲੇਮੇਟਰੀ ਫਾਰਮ ਆ ਉਹ ਰਿਡਿਊਸ ਹੋ ਜੂਗੀ ਔਰ ਉਹਦੇ ਨਾਲ ਗੈਸਟ੍ਰਿਕ ਐਸਿਡ ਦੀ ਪ੍ਰੋਡਕਸ਼ਨ ਹੈ ਜਿਹੜੀ ਉਹ ਡਿਕਰੀਜ਼ ਹੋਣ ਦੇ ਨਾਲ ਕੀ ਹੈ ਉਸ ਏਰੀਏ ਦੇ ਉੱਤੇ ਗੈਸਟ੍ਰਿਕ ਦੀ ਪ੍ਰੋਡਕਸ਼ਨ ਰਿਡਿਊਸ ਹੋਗੀ ਤਾਂ ਅਲਸਰ ਫਾਰਮੇਸ਼ਨ ਹੈ ਜਿਹੜੀ ਉਹ ਆਟੋਮੈਟਿਕਲੀ ਰਿਡਿਊਸ ਹੋ ਜੂਗੀ। सबटोटल गैस्ट्रेक्टमी मींस कि removed 1.2 या फिर 2/3 of the stomach। Remainder must be is reattached to the reset of the wall। ਹੁਣ ਇਹਦੇ ਵਿੱਚ ਕੀ ਅਸੀਂ ਕੱਲ ਵੀ ਡਿਸਕਸ ਕੀਤਾ ਸੀ ਬੈਲਰੁਥ 1 ਐਂਡ ਬੈਲਰੁਥ 2 ਸਰਜਰੀਜ਼ ਫਾਰਮ ਦੇ ਵਿੱਚ ਆ ਜਾਂਦੀਆਂ ਜਿਹਦੇ ਵਿੱਚ ਕੀ ਅਸੀਂ ਉਸਦੇ ਸਟਮਕ ਪਾਰਟ ਨੇ ਜਿਹੜੇ ਉਹਨਾਂ ਨੂੰ ਕੱਟ ਕਰਕੇ ਫਰਦਰ ਉਸ ਨੂੰ ਕੰਟੀਨਿਊ ਕਰਦੇ ਆ ਜੀਆਈ ਸਿਸਟਮ ਦੇ ਵਿੱਚ ਉਸੇ ਫਾਰਮ ਦੇ ਵਿੱਚ that this is one to the ਬੈਲਰੁਥ 1। distal portions of to the stomach is removed। ਹੁਣ ਇਹਦਾ lower portions ਦੇ ਵਿੱਚ ਜਿਹੜਾ anatrum part ਸੀਗਾ ਉਸ ਨੂੰ ਅਸੀਂ removed ਕਰ ਦਿੱਤਾ and reminded to the anastomose to the duodenum। ਹੁਣ ਇਹਨੂੰ ਕੀ ਆ anastomose ਜਿਹੜਾ part ਹੈ ਉਸ ਨੂੰ ਕੀ ਹੈ duodenum ਦੇ ਨਾਲ ਕੰਟੀਨਿਊ ਕਰ ਦਿੱਤਾ ਜਾਂਦਾ ਜਿਹਦੇ ਨਾਲ ਕੀ ਹੈ lower portions of anatrum ਕੱਟਿਆ ਗਿਆ ਤਾਂ gastric acid ਦੀ production reduce ਹੋ ਗਈ ਔਰ ਉਧਰੋਂ duodenum ਸੀ ਜਿਹੜੀ ਉਹਦੀ ਇੱਥੇ directly attach ਹੋਣ ਕਰਕੇ ਉੱਪਰੋਂ ਉਹਦਾ ਜਿਹੜਾ ਅਲਸਰ ਫਾਰਮੇਸ਼ਨ ਸੀ ਉਹ ਪਾਰਟ ਰਿਮੂਵਡ ਹੋਣ ਕਰਕੇ ਪੇਸ਼ੈਂਟਸ ਦਾ ਗੈਸਟ੍ਰਿਕ ਸਿਸਟਮ ਹੈ ਜਿਹੜਾ ਉਹ ਨਾਰਮਲ ਪ੍ਰੋਸੈਸ ਦੇ ਵਿੱਚ ਚੱਲੇਗਾ ਔਰ ਉਹਦੀ ਜਿਹੜੀ ਅਲਸਰ ਸੀਗਾ ਉਹਦੀ ਰਿਕਵਰੀ ਹੋਗੀ। Bellroth 2 the lower portions of the stomach is removed and to the remainder is anastomosed to the duodenum। ਹੁਣ ਇਸ ਕੀ ਹੈ ਕਿ duodenum or to the lower portions ਜਿਹੜਾ ਕੀ ਹੈ stomach ਦਾ removed ਕਰਕੇ ਇਹਨੂੰ directly duodenum ਦੇ ਨਾਲ continue ਕਰਦਾ ਜਿਹਦੇ ਨਾਲ ਕੀ ਉਹਦਾ digestive system ਆ ਜਿਹੜਾ ਉਹ normally ਚੱਲੇਗਾ ਪੇਸ਼ੈਂਟਸ ਦਾ ਔਰ ਉਹਦੇ ਜਿਹੜੇ critical conditions ਸੀਗੀਆਂ excessive secretions ਦੀ acids ਦੀ ਉਹ reduce ਹੋ ਜੂਗੀ। पोस्ट ऑपरेटिव केयर एनजी ट्यूब केयर एंड मैनेजमेंट। ਹੁਣ ਪੇਸ਼ੈਂਟਸ ਨੂੰ ਅਸੀਂ ਕੀ ਆ ਐਨਜੀ ਟਿਊਬ ਕੇਅਰ ਮੈਨੇਜਮੈਂਟ ਦੇ ਸਕਦੇ ਆ ਲਾਈਕ ਦੈਟ ਕੀ ਆ ਪੇਸ਼ੈਂਟ ਡਿਪੈਂਡ ਕਾਦੇ ਤੇ ਹੋਏਗਾ ਐਨਜੀ ਫੀਡਿੰਗ ਦੇ ਲਈ ਸ਼ਾਰਟ ਟਾਈਮ ਦੇ ਲਈ ਮੋਨੀਟਰ ਫॉर द पोस्ट ऑपरेटिव कॉम्प्लिकेशंस। पोस्ट ऑपरेटिव ਜਿਹੜੀਆਂ कॉम्प्लिकेशंस ਨੇ ਉਹਨਾਂ ਨੂੰ ਮੋਨੀਟਰ ਕਰਨਾ। The first one is to the bleeding occur at to the anastom sites of the first 24 hours and to the post operative day 4 to 7 days। ਪੇਸ਼ੈਂਟਸ ਦੇ ਵਿੱਚ ਆਬਜ਼ਰਵ ਕਰਨਾ ਲਾਈਕ ਦੈਟ ਟੂ ਦਾ ਬਲੀਡਿੰਗ ਹੋ ਸਕਦੀ ਹੈ ਜਾਂ ਤਾਂ ਪੇਸ਼ੈਂਟਸ ਨੂੰ ਵੋਮਿਟਿੰਗ ਦੇ ਵਿੱਚ ਆ ਸਕਦੀ ਹੈ ਜਾਂ ਸਟੂਲ ਦੇ ਵਿੱਚ ਆ ਸਕਦੀ ਹੈ ਜਿਹਦੇ ਵਿੱਚ ਕੀ ਹੈ ਅਸੈਸਮੈਂਟ ਹੋਏਗਾ ਕਿ ਪੇਸ਼ੈਂਟਸ ਨੂੰ ਸਾਈਟ ਆਫ ਦਾ ਸਰਜਰੀ ਡਰੇਨੇਜ ਦੇ ਵਿੱਚ ਆਫਟਰ ਡਰੇਨੇਜ ਆਬਜ਼ਰਵੇਸ਼ਨ ਦੇ ਵਿੱਚ ਹੋਏਗੀ ਜਾਂ ਸੈਕੰਡ ਵਨ ਹੋਏਗੀ ਕਿ ਉਸ ਦਾ ਐਲੀਮੀਨੇਟਰੀ ਪ੍ਰੋਸੈਸ ਦੇ ਵਿੱਚ। ਡਿਊਡਨਲ ਸਟੰਪ ਲੀਕ ਬੈਲਥਰੇਟ 2 severe abdominal pain bile staining drainage on to the dressing। ਹੁਣ ਪੇਸ਼ੈਂਟਸ ਦੇ ਵਿੱਚ ਕੀ ਹੈ ਕਿ ਜਿਹੜਾ ਆਊਟਸਾਈਡ ਜਦੋਂ ਡਰੈਸਿੰਗ ਕਰਨੀ ਹੈ ਡਰੇਨਿੰਗ ਜੀ ਪ੍ਰੋਸੈਸ ਚੱਲਦਾ ਪੇਸ਼ੈਂਟਸ ਦੀ ਡਰੇਨਿੰਗ ਟਿਊਬ ਦੇ ਵਿੱਚ ਕੀ ਆ ਉਹਦੇ ਵਿੱਚ ਬਾਈਲ ਜਿਹੜੇ ਪ੍ਰੋਡਕਟਸ ਆਣਗੇ ਜਿਹਦੇ ਵਿੱਚ ਪ੍ਰੋਸੈਸ ਪਤਾ ਚੱਲੇਗਾ ਕਿ ਇਨਰ ਸਾਈਡਡ ਲੀਕੇਜ ਹੋ ਰਹੀ ਹੈ ਐਂਡ ਦ ਸੈਕੰਡਲੀ abdominal pain ਹੋਏਗੀ ਡਿਊ ਟੂ ਦਾ ਪੈਰੀਟੋਨੀਅਲ ਕੈਵਿਟੀ ਦੇ ਵਿੱਚ ਜਦੋਂ ਫਲੂਇਡ ਜਾਏਗਾ ਪੈਰੀਟੋਨਾਈਟਿਸ ਹੋਏਗਾ ਜਿਹਦੇ ਕਰਕੇ ਇਨਫਲੇਮੇਟਰੀ ਫਾਰਮ ਹੋਏਗਾ ਮੀਨਸ ਕੀ ਹੈ ਜਿਹੜੀ ਸਟਿਊਚਰਿੰਗ ਹੈ ਉਹਦੇ ਅਸੈਸਮੈਂਟ ਹੋਏਗੀ ਕਿ ਪੇਸ਼ੈਂਟਸ ਨੂੰ ਕੀ ਹੈ ਲੀਕੇਜ ਹੋ ਰਹੀ ਹੈ। ਗੈਸਟ੍ਰਿਕ ਰਿਟੈਂਸ਼ਨਸ ਵੈਲ ਨੀਡ ਟੂ ਪੁੱਟ ਐਨਜੀ ਟਿਊਬ ਬੈਕ ਇਨ। ਹੁਣ ਇਹਦੇ ਵਿੱਚ ਕੀ ਹੈ ਕਿ ਰਿਟੈਂਸ਼ਨਸ ਦੇ ਵਿੱਚ ਕੀ ਹੈ ਕਿ ਗੈਸਟ੍ਰਿਕ ਦੇ ਵਿੱਚ ਕੀ ਬੈਕ ਉਹਨੂੰ ਕੀ ਆ ਪੁੱਟ ਹੈ ਜਿਹੜੀ ਟਿਊਬ ਆ ਉਹ ਇਨਸਰਟ ਕਰਨ 'ਚ ਪ੍ਰੋਬਲਮ ਹੋਏਗੀ ਰਿਟੈਂਸ਼ਨਸ ਹੋਏਗੀ ਉੱਥੇ ਸਟੇ ਕਰਨੀ ਪਏਗੀ। ਡੰਪਿੰਗ ਸਿੰਡਰਮਸ ਦੇ ਵਿੱਚ ਕੀ ਆਏਗਾ ਪ੍ਰੇਵਲੈਂਟ ਵਿਦ ਦ ਸਬ ਟੋਟਲ ਗੈਸਟ੍ਰੈਕਟਮੀਜ਼ ਐਂਡ अर्ਲੀ 30 ਮਿੰਟਸ ਆਫਟਰ ਮੀਲ। ਪੇਸ਼ੈਂਟ ਦੇ ਵਿੱਚ ਕੀ ਆ ਸਕਦਾ ਹੈ ਕਿ ਪ੍ਰੀਵੈਲੈਂਸ ਮੋਸਟਲੀ ਕੀ ਹੁੰਦੀ ਹੈ ਕਿ ਟੋਟਲ ਗੈਸਟ੍ਰੈਕਟਮੀ ਹੈ ਜਿਹੜੀ ਉਹਦੇ ਵਿੱਚ ਪ੍ਰੋਬਲਮ ਆਉਂਦੀ ਹੈ अर्ਲੀ 30 ਆਫਟਰ ਮੀਲ ਪੇਸ਼ੈਂਟ ਨੂੰ
ਜਿਹੜੇ ਸਿੰਪਟਮਸ ਨੇ ਸੀਵੀਅਰ ਹੋ ਜਾਂਦੇ, ਜਿੱਦਾਂ ਕਿ ਵਰਟਿਗੋ ਹੋ ਗਿਆ, ਟੈਕੀਕਾਰਡੀਆ, ਸਾਈਨਸਕੋਪ, ਸਵੈਟਿੰਗ, ਪਾਲਰਸ, ਪਾਲਪੀਏਸ਼ਨਸ एक्सेट्रा ਲੇਟ 90 ਮਿੰਟਸ ਜਾਂ 3 ਆਵਰਸ ਆਫਟਰ ਦਾ ਮੀਲ, ਜਾਂ ਫਿਰ ਇਹ ਇਮੀਡੀਏਟਲੀ 30 ਮਿੰਟਸ ਦੇ ਵਿੱਚ ਹੁੰਦੇ ਆ ਜਾਂ ਫਿਰ ਲੇਟ ਫਾਰਮ ਦੇ ਵਿੱਚ ਹੁੰਦੇ ਆ ਆਫਟਰ 3 ਆਵਰਸ। डिक्रीजिंग द CHO intake, orally intake उन्हें reduce करनी है। next eat slowly, avoid fluid during to the meal, increasing fat, eat small and frequently meal। ਹੁਣ ਇਹਦੇ ਵਿੱਚ ਪੇਸ਼ੈਂਟ ਨੇ ਫੋਕਸ ਕਰਨਾ ਹੈ ਕਿ ਜਿਹੜਾ ਮੀਲ ਹੈ ਉਹ ਰਿਡਿਊਸ ਲਵੇ, ਬਿਕਾਜ਼ ਕੀ ਹੈ ਉਹਦਾ ਹਾਫ ਪੋਰਸ਼ਨਸ ਆਫ ਦਾ ਜਿਹੜਾ ਸਟਮਕ ਆ ਉਹ ਰਿਮੂਵਡ ਹੋ ਚੁੱਕਿਆ, ਕੁਆਂਟੀਟੀ ਹੈ ਜਿਹੜੀ ਉਸਨੂੰ ਉਸਨੇ ਫ੍ਰੀਕੁਐਂਟਲੀ ਹੌਲੀ ਹੌਲੀ ਦੇਰ ਤੱਕ ਉਹਨੇ ਰਿਡਿਊਸ ਕਰਦੇ, ਫਿਰ ਪੇਸ਼ੈਂਟਸ ਨੇ ਇਨਟੇਕ ਹੈ ਜਿਹੜੀ ਉਹ रखनी है। नेक्स्ट इज अनीमिया, रैपिड गैस्ट्रिक एम्पटिंग, डिक्रीज एब्जॉर्प्शन ऑफ आयरन। ਹੁਣ ਕੀ ਹੈ ਕਿ ਉਹਦੇ ਫਾਰਮ ਦੇ ਵਿੱਚ ਜਦੋਂ ਗੈਸਟ੍ਰਿਕ ਦੇ ਵਿੱਚ ਫੂਡ ਨੇ ਲੌਂਗ ਟਾਈਮ ਤੱਕ ਸਟੇ ਨਹੀਂ ਕਰਨਾ, ਕਿਉਂਕਿ ਉਹਦਾ ਸਾਈਜ਼ ਜਿਹੜਾ ਰਿਡਿਊਸ ਹੋ ਗਿਆ ਔਰ ਡਾਇਰੈਕਟਲੀ ਕੀ ਆ ਜੂਜਨਮ ਦੇ ਵਿੱਚ ਪਾਸ ਆਊਟ ਹੋ ਰਿਹਾ। ਸੋ ਉਸ ਫਾਰਮ ਦੇ ਵਿੱਚ ਕੀ ਹੈ ਕਿ ਪੇਸ਼ੈਂਟ ਦੇ ਉੱਤੇ ਕੀ ਹੋਏਗਾ ਕਿ ਉਹਦੇ ਆਇਰਨ ਦੀ ਡੈਫੀਸ਼ੀਐਂਸੀ ਹੋ ਸਕਦੀ ਹੈ, ਕਿਉਂਕਿ ਜਿਹੜਾ ਫੂਡ ਹੈ ਉਹਨੇ ਈਜ਼ਲੀ ਜਿਹੜਾ ਕੀ ਉੱਥੇ ਸਟੇ ਨਹੀਂ ਕਰਨਾ ਔਰ ਅਬਜ਼ੌਰਬ ਹੋ ਜਾਣਾ ਬੋਡੀ ਦੇ ਵਿੱਚ। malabsorptions of the fat ਕੀ ਹੋ ਸਕਦਾ, decrease acid secretion, decreasing the pancreatic secretion and increase the upper GI mobility। ਹੁਣ ਕੀ ਹੈ ਕਿ ਸਾਰੇ endocrine symptom ਦੇ ਨਾਲ ਜਿਹੜੇ GI ਦੇ ਨਾਲ ਕੋਰਿਲੇਟਡ ਨੇ, ਸਾਰੇ ਹਾਰਮੋਨਸ ਨੇ, ਜਿਹੜੇ ਐਂਜ਼ਾਈਮਸ ਨੇ, ਉਹਨਾਂ ਦੀ ਨਾਰਮਲ ਪ੍ਰੋਡਕਸ਼ਨਸ ਦੇ ਵਿੱਚ ਅਬਨੋਰਮੈਲਿਟੀ ਆਏਗੀ, ਜਿਹਦੇ ਕਰਕੇ ਫੂਡ ਦੇ ਔਰ ਪਲੱਸ ਫੈਟ ਦੇ ਅਬਜ਼ੌਰਪਸ਼ਨਸ ਦੇ ਵਿੱਚ ਪ੍ਰੋਬਲਮ ਆਏਗੀ, ਪੈਨਕ੍ਰੀਏਟਿਕ ਸਕ੍ਰੀਸ਼ਨ ਦੇ ਉੱਤੇ ਇਫੈਕਟ ਪਏਗਾ, ਜਿਹਦੇ ਕਰਕੇ ਪੇਸ਼ੈਂਟਸ ਨੂੰ ਫਰਦਰ ਸੀਵੀਅਰ ਕੰਪਲਿਕੇਸ਼ਨਸ ਨੇ ਜਿਹੜੀਆਂ ਉਹ ਹੋ ਸਕਦੀਆਂ ਨੇ। Thank you students।